ਵਰਿੰਦਰ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਾਡੇ ਨਾਲ ਫੋਨ ਲਾਈਨ ਤੇ ਨੇ। ਢਿੱਲੋਂ ਸਾਹਿਬ ਸਵਾਗਤ ਹੈ ਜੀ ਨਿਊਜ਼ 18 ਪੰਜਾਬ ਤੇ। ਤੁਸੀਂ ਜੇ ਬਿਆਨ ਸੁਣ ਲਿਆ ਹੈ ਸੋਨੂ ਸੂਦ ਦਾ, ਨਸੀਹਤ ਦਿੱਤੀ ਹੈ ਸਿਆਸਤਦਾਨਾਂ ਨੂੰ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਚੋਣ ਮੈਨੀਫੈਸਟੋ 'ਚ ਉਹ ਐਗਰੀਮੈਂਟ ਹੋਣਾ ਚਾਹੀਦਾ ਹੈ ਲੋਕਾਂ ਦੇ ਨਾਲ ਤੇ ਅਸਤੀਫਾ ਵੀ ਨਾਲ ਨੱਥੀ ਹੋਣਾ ਚਾਹੀਦਾ ਹੈ ਕਿ ਜੇ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਅਸਤੀਫਾ ਦਿੱਤਾ ਜਾਵੇ ਬਾਅਦ 'ਚ। ਕਿਵੇਂ ਦੇਖ ਰਹੇ ਹੋ? देखो गल सही आ जो कह रहे आ, लेकिन इस्तीफा तो लोग करा सकते हैं। अगर देखो हुण सरकारां अपने आप अगर कहन भी असीं तां वादा पूरा कीता नहीं कीता, कई बार पूरा कीता नहीं कीता, जिवें चंद्र बाबू नायडू दी कैप्टन साहब भी गल करदे भी उन्होंने 86% वादे पूरे कीते सी, लेकिन लोकां ने कि वो सरकार नूं नहीं मन्निया। मुद्दा ਜਿਹੜਾ ਇਹ ਇਸਤੀਫੇ ਵਾਲਾ ਬਿਲਕੁਲ ਹੋ ਜਾਣਾ ਚਾਹੀਦਾ, ਉਹਦੇ ਅੰਦਰ ਵੀ ਕੋਈ ਗੱਲ ਨਹੀਂ ਅਗਰ ਅਗਰ ਮੰਨਣਾ ਚਾਹੀਦਾ। ਲੇਕਿਨ ਮੈਂ ਫਿਰ ਇਹ ਗੱਲ ਕਹਿਣਾ, ਡੈਮੋਕ੍ਰੇਸੀ ਦੇ ਵਿੱਚ ਜਿਹੜਾ ਵੋਟਾਂ ਦਾ ਅਧਿਕਾਰ ਆ ਉਸ ਤੋਂ ਵੱਡਾ ਕੋਈ ਟੈਸਟ ਨਹੀਂ, ਉਸ ਤੋਂ ਵੱਡਾ ਕੋਈ ਉਹ ਨਹੀਂ, ਲੋਕਾਂ ਨੇ ਚੁਣਨਾ ਵਾ। ਲੇਕਿਨ ਇਹਦੇ ਅੰਦਰ ਵੀ ਕੋਈ ਗੱਲ ਗਲਤ ਨਹੀਂ ਆ ਵੀ ਇਹ ਐਗਰੀਮੈਂਟ ਹੋਣਾ ਚਾਹੀਦਾ ਔਰ ਇਸ ਚੀਜ਼ ਦੇ ਉੱਤੇ ਖੜ ਕੇ ਉਹਦਾ ਹਿਸਾਬ ਲੈਣਾ ਚਾਹੀਦਾ। ਇਸਤੀਫਾ ਬੰਦਾ ਆਪ ਦੇਵੇ, ਲੋਕਾਂ ਨੇ ਇਸਤੀਫਾ ਕਰਾ ਦੇਣਾ ਹੁੰਦਾ। ਸੋ ਇਹ ਕਿਸੇ ਦੀ ਮਨਸ਼ਾ ਹੋ ਸਕਦੀ ਆ ਵੀ ਪੂਰਾ ਹੋਇਆ, ਕਿਸੇ ਦੀ ਨਹੀਂ ਹੋ ਸਕਦੀ। ਸੋ ਇਹਦੇ ਨਾਲ ਤਾਂ ਫਿਰ ਇੱਕ ਤਰ੍ਹਾਂ ਤੋਂ ਡਿਸਐਡਵਾਂਟੇਜ ਸਰਕਾਰ ਮੌਜੂਦਾ ਨੂੰ ਵੀ ਹੋ ਜੂਗੀ ਨਾ, ਕੀ ਪਤਾ ਆਪੋਜੀਸ਼ਨ ਨੇ ਆ ਕੇ ਕੁਝ ਵੀ ਨਾ ਕਰਨਾ ਹੋਵੇ। ਅਗਰ ਮੰਨ ਲਓ ਅਗਰ ਅਸਤੀਫਾ ਦੇ ਰਹੇ ਤਾਂ ਦੂਜੇ ਕੰਮ ਇਹਦੇ ਤਾਂ ਉੱਥੋਂ ਦੀ ਉੱਥੇ ਕੀ ਪਤਾ ਉੱਤੋਂ ਵੀ ਚੰਗੇ ਮਾੜੇ ਹੋਣ। ਸੋ ਇਹ ਜਿਹੜਾ ਫੈਸਲਾ ਵਾ ਲੋਕਾਂ ਤੇ ਛੱਡਣਾ ਚਾਹੀਦਾ ਅਸਤੀਫੇ ਦਾ, ਵੀ ਲੋਕ ਫੈਸਲਾ ਕੀ ਕਰਦੇ ਆ ਉਸ ਚੀਜ਼ ਨੂੰ ਛੱਡਣਾ ਚਾਹੀਦਾ। ਜੀ ਢਿੱਲੋਂ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਂਗੀ। ਵਿਨੀਤ ਜੋਸ਼ੀ ਬੀਜੇਪੀ ਤੋਂ ਜੁੜੇ ਨੇ। ਵਿਨੀਤ ਜੋਸ਼ੀ ਜੀ, ਤੁਸੀਂ ਬਿਆਨ ਸੁਣਿਆ ਹੋਇਆ ਜੋ ਸੋਨੂ ਸੂਦ ਦਾ ਨਸੀਹਤ ਦਿੱਤੀ ਹੈ ਉਹਨਾਂ ਨੇ ਸਿਆਸਤਦਾਨਾਂ ਨੂੰ। ਕੁਲਤਾਰ ਸੰਧਵਾ ਵੀ ਆਮ ਆਦਮੀ ਪਾਰਟੀ ਤੋਂ ਜੁੜੇ ਨੇ। ਸੰਧਵਾ ਸਾਹਿਬ, ਮੈਂ ਤੁਹਾਡੇ ਕੋਲ ਆਵਾਂਗੀ। ਜੋਸ਼ੀ ਜੀ, ਤੁਸੀਂ ਜੇ ਬਿਆਨ ਸੁਣਿਆ ਹੋਏ, ਸੋਨੂ ਸੂਦ ਕਹਿ ਰਹੇ ਨੇ ਕਿ ਸਿਆਸਤਦਾਨਾਂ ਨੂੰ ਆਪਣਾ ਅਸਤੀਫਾ ਨੱਥੀ ਕਰਕੇ ਐਗਰੀਮੈਂਟ ਕਰਨਾ ਚਾਹੀਦਾ ਜਨਤਾ ਦੇ ਨਾਲ, ਜੇ ਵਾਅਦੇ ਪੂਰੇ ਨਹੀਂ ਕਰਦੇ ਤਾਂ ਅਸਤੀਫਾ ਦੇ ਦੇਣ। इस तरह की भी ये जी गल है कि भी जो मैनीफेस्टो है जड़ा कि एक तरह लोगों नाल चोण वायदे किए जाते हैं, ये पूरे नहीं होंगे, इनू लैके लोगों के अंदर एक बहुत बड़ा संतोष की भावना खड़ी होती है। और वक्-वक् समय ते अलग अलग लोगों ने, समाजिक जथेबंदियों ने भी, समाजिक नेतावां ने भी, पोलिटिकल लीडर्स ने भी, सियासी पार्टियां ने भी और सारी सियासत लीडर ने भी ये गल वक्-वक् समय ते अलग अलग तरीके नाल कही है। और जो ये गल कह रहे ने, अगर इहदे उपर कंसेंसस बनदा है तो डेफिनेटली जिहड़ा हैगा इहदे उपर कानून लिया जा। और मैं लगता कि हाँ एक अच्छा एक की कहंदे इन्हां दा आइडिया है जिहड़ा ऑलरेडी मार्केट च बाकी लोग भी चर्चा करदे सीगे ते जे इस तरफ कोई कदम वधदे ने तो क्योंकि मैनीफेस्टो जिहड़ा हैगा उहदे आधार ते तुहानूं लोगां तो वोटां मिलदियां। ਹੁਣ ਜਿਹੜੇ ਸਾਡੀ ਹੁਣ ਦੀ ਪੰਜਾਬ ਸਰਕਾਰ ਹੈ, ਇਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਪੂਰਨ ਕਰਜ਼ਾ ਮਾਫ ਕਰਾਂਗੇ। ਲੋਕਾਂ ਨੇ ਵੋਟ ਪਾਤੀ, ਉਹਨਾਂ ਨੇ ਆਪਣੀ ਕਿਸ਼ਤਾਂ ਭਰਨੀਆਂ ਬੰਦ ਕਰਤੀਆਂ ਸੀਗੀਆਂ। ਚੋਣ ਵਾਅਦੇ ਬੜੇ ਮਹੱਤਵਪੂਰਨ ਹੁੰਦੇ ਨੇ, ਇਸ ਜੋ ਲੋਕ ਇਹ ਚੋਣ ਵਾਅਦੇ ਪੂਰੇ ਨਹੀਂ ਕਰਦੇ ਉਹਨਾਂ ਦੀ ਅਕਾਊਂਟੇਬਿਲਿਟੀ ਤਾਂ ਫਿਕਸ ਹੋਣੀ ਚਾਹੀਦੀ, ਇਸ 'ਚ ਕੋਈ ਸ਼ੱਕ ਹੀ ਨਹੀਂ ਹੈ। ਔਰ ਇਹਦਾ ਤਰੀਕਾ ਕੀ ਹੋਏਗਾ ਇਹ ਤੈਅ ਕੀਤਾ ਜਾ ਸਕਦਾ ਹੈ। ਔਰ ਜੇ ਉਸ 'ਚ ਉਹਦੇ ਕੋਈ ਲੀਗਲ ਡਾਕੂਮੈਂਟ ਵੀ ਸ਼ੇਪ ਦੇਣੀ ਹੋਏ ਤੇ ਦੇਣ, ਸਾਨੂੰ ਤਾਂ ਲੱਗਦਾ ਇਸ 'ਚ ਵੈਲਕਮ ਕਦਮ ਹੋਏਗਾ। ਲੇਕਿਨ ਸਾਰੇ ਦੇ ਕੰਸੈਂਸਸ ਨਾਲ ਹੀ ਇਹ ਬਣੇਗੀ ਗੱਲ। ਜੀ ਜੋਸ਼ੀ ਜੀ, ਮੈਂ ਵਾਪਸ ਆਵਾਂਗੀ ਤੁਹਾਡੇ ਕੋਲੇ। ਕੁਲਤਾਰ ਸੰਧਵਾ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ। ਸੰਧਵਾ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਤੇ ਜਿਹੜੀ ਗੱਲ ਆਉਂਦੀ ਹੈ ਚੋਣ ਵਾਅਦਿਆਂ ਦੀ, ਕਿ ਚੋਣ ਵਾਅਦੇ ਫਿਰ ਸ਼ਗੂਫੇ ਮੰਨੇ ਜਾਣ ਜਾਂ ਫਿਰ ਉਸ ਕੋਈ ਲੀਗਲ ਡਾਕੂਮੈਂਟ, ਜਿਵੇਂ ਜੋਸ਼ੀ ਜੀ ਕਹਿ ਰਹੇ ਨੇ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ, ਕੋਈ ਉਸਦੇ ਕੋਈ ਨਤੀਜੇ ਵੀ ਹੋਣੇ ਚਾਹੀਦੇ ਨੇ ਕਿ ਜੇ ਤੁਸੀਂ ਵਾਅਦੇ ਪੂਰੇ ਨਾ ਕਰੋ ਤਾਂ ਉਸਦਾ ਨਤੀਜਾ ਕੀ ਹੋਏਗਾ। ਹਾਲਾਂਕਿ ਵਰਿੰਦਰ ਢਿੱਲੋਂ ਕਹਿ ਰਹੇ ਨੇ ਕਿ ਨਤੀਜਾ ਤਾਂ ਆਪਣੇ ਆਪ ਫਿਰ ਲੋਕ ਦੇ ਦਿੰਦੇ ਨੇ, ਸਰਕਾਰ ਨਹੀਂ ਬਣਦੀ ਅਗਲੀ ਵਾਰ। देखो जी, ये जिहड़ी गल उन्होंने चक्की है ना, ये बड़ी महत्वपूर्ण गल है। आम आदमी पार्टी तो शुरू तो ये गल कहती रही है कि साडी इलैक्शन कमीशन नूं ये पहल करनी चाहिए है भी आम आदमी के जिवें जिस तरह आम आदमी पार्टी ने सारे वादे दिल्ली पूरे किए आ, जे सारियां ही पार्टियां आपदे इलैक्शन च जाण तो पहलां कीते होए वादे ते काम करन ते देश बण जे सोने दी चिड़ी। हुण हालात ये है भी आपां ਵੱਡੇ ਲਾਰੇ ਲਾ ਕੇ ਮੁੜ ਕੇ ਉਸ ਤੋਂ ਬਾਅਦ ਸਾਡੇ ਜਿਹੜੇ ਵੱਡੇ ਲੀਡਰ ਜਿਨ੍ਹਾਂ ਨੂੰ ਆਪਾਂ ਦੇਸ਼ ਦੇ ਰਾਹ ਦਸੇਰੇ ਕਹਿੰਦੇ, ਰਹਿਬਰ ਕਹਿੰਦੇ ਆ, ਉਹ ਕਹਿੰਦੇ ਨਹੀਂ ਜੀ ਇਹ ਤਾਂ ਸਾਡਾ ਇਲੈਕਸ਼ਨ ਲੜਨ ਵਾਸਤੇ ਇਹ ਜੁਮਲਾ ਸੀ। ਸੋ ਉਹ ਚੀਜ਼ਾਂ 'ਚ ਬਚਣਾ ਚਾਹੀਦਾ। ਔਰ ਇਹ ਜਿਹੜੀ ਮੰਗ ਹੈ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹੀ ਉਠਾਈ ਸੀ ਕਿ ਇਹਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਣਾ ਚਾਹੀਦਾ ਜਿਹੜਾ ਤੁਹਾਡਾ ਇਲੈਕਸ਼ਨ ਮੈਨੀਫੈਸਟੋ ਆ। ਅਗਰ ਨਹੀਂ ਕੋਈ ਪਾਰਟੀ ਦਿੱਤੇ ਹੋਏ ਸਮੇਂ ਤੇ ਇਹਨੂੰ ਪੂਰਾ ਕਰਦੀ ਤੇ ਫਿਰ ਦੇ ਮਸਟ ਬੀ ਕਾਲਡ ਬੈਕ। ਔਰ ਉਹਨਾਂ ਲੋਕਾਂ ਤੇ ਉਹਨਾਂ ਪਾਰਟੀਆਂ ਤੇ ਬੈਨ ਲੱਗਣਾ ਚਾਹੀਦਾ ਉਹ ਇਲੈਕਸ਼ਨ ਲੜਨ ਤੇ, ਕਿਉਂਕਿ ਇਹ ਤਾਂ ਇੱਕ ਤਰ੍ਹਾਂ ਦਾ ਲੁੱਟਣਾ ਹੋਇਆ ਨਾ ਜੀ, ਗੁੰਮਰਾਹ ਕਰਨਾ ਹੋਇਆ। ਸੋ ਦੇਸ਼ ਦੇ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਕਿਸੇ ਨੂੰ ਕਾਂਗਰਸ, ਬੀਜੇਪੀ, ਅਕਾਲੀ ਦਲ, ਆਮ ਆਦਮੀ ਪਾਰਟੀ, ਮਤਲਬ ਇਹ ਸਰਵੇ ਆ ਪਿੰਡਾਂ ਦਾ ਕਿ
ਕਿ 38% ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਉਹਨਾਂ ਨੂੰ ਫਰਕ ਹੀ ਨਹੀਂ ਪਤਾ। ਸੋ ਜਦੋਂ ਐਡੇ ਵੱਡੇ ਵੱਡੇ ਗੁੰਮਰਾਹਕੁਨ ਵਾਅਦੇ ਕੀਤੇ ਜਾਂਦੇ ਤਾਂ ਬਿਲਕੁਲ ਲੋਕਾਂ ਨਾਲ ਠੱਗੀ ਵੱਜਦੀ ਆ। ਸੋ ਇਹ ਠੱਗੀ ਨੂੰ ਰੋਕਣ ਵਾਸਤੇ ਇਹ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਪਹਿਲ ਕੀਤੀ ਜਾਣੀ ਚਾਹੀਦੀ ਆ। ਕੋਈ ਨਾ ਕੋਈ ਇਹਨੂੰ ਮਤਲਬ ਲੀਗਲ ਡਾਕੂਮੈਂਟ ਬਣੇ ਜਿਹੜਾ ਮੈਨੀਫੈਸਟੋ ਹੈ ਤੁਹਾਡਾ। ਬਿਲਕੁਲ ਜੀ ਢਿੱਲੋਂ ਸਾਹਿਬ, ਮੈਂ ਤੁਹਾਡੇ ਵੱਲ ਆਵਾਂਗੀ। ਕਿਵੇਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਸਰਕਾਰ ਵਾਪਸ ਨਹੀਂ ਆਉਂਦੀ, ਜੇ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਲੋਕ ਆਪਣੇ ਆਪ ਨਤੀਜਾ ਦੇ ਦਿੰਦੇ ਨੇ, ਲੇਕਿਨ ਗੱਲ ਉੱਥੇ ਹੀ ਆ ਜਾਂਦੀ ਹੈ ਫਿਰ ਕੋਈ ਵੀ ਜਿਹੜੀ ਅਗਲੀ ਪਾਰਟੀ ਜਿਹੜੀ ਵਾਅਦੇ ਕਰਕੇ ਸਰਕਾਰ ਬਣਾਉਂਦੀ ਹੈ ਫਿਰ ਤਾਂ ਉਹ ਵੀ ਵਾਅਦੇ ਪੂਰੇ ਨਾ ਕਰੇ, ਅਗਲੀ ਵਾਰ ਫਿਰ ਕੋਈ ਦੂਸਰੀ ਆ ਜਾਏਗੀ, ਵਾਅਦੇ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ। ਫਿਰ ਹੱਲ ਕੀ ਹੈ? ਜਿਹੜੀ ਗੱਲ ਵਾਰ-ਵਾਰ ਉੱਠਦੀ ਹੈ ਕਿ ਜਿਹੜੇ ਚੋਣ ਵਾਅਦੇ ਨੇ ਕੋਈ ਨਾ ਕੋਈ ਲੀਗਲ ਡਾਕੂਮੈਂਟ ਹੋਏ, ਜ਼ਿੰਮੇਵਾਰੀ ਤੈਅ ਹੋਏ। ਦੇਖੋ ਮੈਂ ਉਹੀ ਕਹਿੰਦਾ ਨਾ, ਇੱਥੇ ਤੁਸੀਂ ਇਹਨੂੰ ਅਗਰ ਪ੍ਰੈਕਟੀਕਲੀ ਇਸ ਚੀਜ਼ ਨੂੰ ਵੇਖੋ, ਕਾਨੂੰਨ ਵੀ ਬਣੇ ਹੋਏ ਆ, ਕਾਨੂੰਨਾਂ ਦੀ ਉਲੰਘਣਾ ਵੀ ਹੁੰਦੀ ਆ, ਉਹ ਵੀ ਲੀਗਲ ਹੁੰਦੇ ਆ ਸਾਰਾ ਕੁਝ। ਲੇਕਿਨ ਇਹਦੇ ਵਿੱਚ ਅਗਰ ਤੁਸੀਂ ਵੇਖੋ, ਕੱਲ ਨੂੰ ਕੈਪਟਨ ਸਾਹਿਬ ਨੂੰ ਜਿਹੜੇ ਕਹਿ ਰਹੇ ਵੀ ਮੈਂ 92% ਵਾਅਦੇ ਪੂਰੇ ਕਰਤੇ, ਉਹਨੂੰ ਜੱਜ ਕੌਣ ਕਰੂਗਾ? ਉਸ ਚੀਜ਼ ਦਾ ਜੱਜ ਕੌਣ ਕਰੂਗਾ ਵੀ ਵਾਅਦੇ ਪੂਰੇ ਹੋਏ ਨਹੀਂ? ਉਹ ਤਾਂ ਜਨਤਾ ਨੇ ਕਰਨੇ ਆ ਨਾ। ਸੋ ਜਨਤਾ ਦੇ ਵਿੱਚ ਜਦੋਂ ਜਾਈਦਾ ਵਾ, ਉਹ ਇੱਕ ਤਰ੍ਹਾਂ ਤੋਂ ਟੈਸਟ ਹੀ ਹੁੰਦਾ ਤੁਹਾਡਾ। ਜਨਤਾ ਇਨਫੋਰਮਡ ਹੋਣੀ ਚਾਹੀਦੀ ਆ। ਮੈਨੀਫੈਸਟੋਜ਼ ਉਦੋਂ ਇੰਪੋਰਟੈਂਟ ਆ ਜਦੋਂ ਜਨਤਾ ਮੈਨੀਫੈਸਟੋ ਦੇ ਬੇਸ ਦੇ ਉੱਤੇ ਤਾਂ ਆਪਾਂ ਇਹ ਕਹਿ ਦਈਦਾ ਹਮੇਸ਼ਾ ਵੀ ਨਹੀਂ, ਵਾਅਦਾ ਤਾਂ ਕੇਜਰੀਵਾਲ ਸਾਹਿਬ 25 ਲੱਖ ਨੌਕਰੀਆਂ ਦਾ, 20 ਲੱਖ ਦਾ ਕਹਿੰਦਾ ਇਹਨਾਂ ਨੇ ਕੀਤਾ ਸੀ, ਅਸੀਂ ਕਰਤਾ ਘਰ ਘਰ ਨੌਕਰੀ ਦਾ। ਲੋਕਾਂ ਨੇ ਤਿੰਨਾਂ ਦੇ ਵਾਅਦੇ ਤਕਰੀਬਨ ਸੇਮ ਹੀ ਸੀਗੇ। ਉਹ ਕਰਜ਼ ਮਾਫੀ ਦੀ ਗੱਲ ਕੀਤੀ ਸੀ, ਉਹ ਵੀ ਇਹਨਾਂ ਸਾਰੀ ਪਾਰਟੀਆਂ ਨੇ ਆਪਣਾ ਆਪਣੇ ਮੈਨੀਫੈਸਟੋ 'ਚ ਕੀਤਾ ਸੀਗਾ। ਤਕਰੀਬਨ ਮੈਨੀਫੈਸਟੋ ਸਾਰੇ ਸੇਮ ਹੁੰਦੇ ਆ, ਲੇਕਿਨ ਮੈਨੀਫੈਸਟੋ ਵਾਅਦਿਆਂ ਦੇ ਨਾਲ ਨਾਲ ਕ੍ਰੈਡੀਬਿਲਿਟੀ, ਉਹਨਾਂ ਦਾ ਪੁਰਾਣਾ ਪਿਛੋਕੜ, ਇਹ ਇਮੋਸ਼ਨਲ ਚੀਜ਼ਾਂ ਵੀ ਆ ਜਿਹੜੀਆਂ ਕਰੈਕਟਰ, ਇਹ ਸਾਰੀਆਂ ਚੀਜ਼ਾਂ ਵੀ। ਔਰ ਜਦੋਂ ਤੁਸੀਂ ਅਗਰ ਗੱਲ ਕਰਦੇ, ਇਸ ਤੋਂ ਵੱਡਾ ਕੋਈ ਕਿਸੇ ਦਾ ਸਿਫਤ ਦਿੱਤਾ ਹੀ ਆ, ਲੇਕਿਨ ਉਹ ਕਹਿ ਰਹੇ ਮੈਂ ਵਾਅਦੇ ਪੂਰੇ ਕੀਤੇ ਸੀ ਸਾਰੇ। ਸੋ ਇਹ ਜਿਹੜਾ ਜੱਜ ਆ, ਉਹ ਜੱਜ ਜਿਹੜੀ ਆ ਜਨਤਾ ਹੀ ਹੁੰਦੀ ਆ, ਔਰ ਉਹਨਾਂ ਦਾ ਜਿਹੜਾ ਟੈਸਟ ਹੁੰਦਾ ਉਹ ਵੋਟਾਂ ਪਾ ਕੇ ਕਰ ਦਿੰਦੇ ਆ। ਸੋ ਹੁਣ ਉਹਨਾਂ ਦਾ ਕਹਿਣਾ ਹੀ ਹੈ, ਕਹਿਣਾ ਵਾਅਦੇ ਪੂਰੇ ਨਹੀਂ ਹੋਏ। ਇਹਨਾਂ ਨੂੰ ਮਤਲਬ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਮੋਦੀ ਸਾਹਿਬ ਨੇ ਕਿੰਨੇ ਕੁ ਵਾਅਦੇ ਪੂਰੇ ਕੀਤੇ, ਲੇਕਿਨ ਲੋਕਾਂ ਨੇ ਮੈਂਡੇਟ ਦੇ ਦਿੱਤਾ। ਸੋ ਸਾਨੂੰ ਉਹ ਮੈਂਡੇਟ ਦੀ ਇੱਜ਼ਤ ਕਰਨੀ ਚਾਹੀਦੀ ਔਰ ਮੈਂਡੇਟ ਨੂੰ ਐਕਸੈਪਟ ਕਰਨਾ ਚਾਹੀਦਾ। ਸੋ ਇਸ ਕਰਕੇ ਮੈਂ ਇਹ ਗੱਲ ਕਰ ਰਿਹਾ। ਇਹ ਕਹਿਣਗੇ ਵਾਅਦੇ ਪੂਰੇ ਹੋਏ, ਅਸੀਂ ਕਹਾਂਗੇ ਨਹੀਂ ਪੂਰੇ ਹੋਏ। ਸੋ ਲੈਟ ਦ ਪੀਪਲ ਡਿਸਾਈਡ ਵੀ ਵਾਅਦਾ ਪੂਰਾ ਹੋਇਆ ਜਾਂ ਨਹੀਂ ਹੋਇਆ। ਹਾਂ, ਲੀਗਲ ਡਾਕੂਮੈਂਟ ਜਿਹੜਾ ਵਾ ਉਹ ਜ਼ਰੂਰ ਬਣਨਾ ਚਾਹੀਦਾ ਤਾਂ ਕਿ ਸਰਕਾਰਾਂ ਜਿਹੜੀਆਂ ਬਾਉਂਡ ਹੋਣ ਔਰ ਕਿਤੇ ਆਂਸਰੇਬਿਲਟੀ ਹੋਵੇ ਲੋਕਾਂ ਤੋਂ ਇਲਾਵਾ। ਕਾਨੂੰਨ ਕਚਹਿਰੀਆਂ ਦੇ ਵਿੱਚ, ਐਕਸਪਰਟਸ ਦੇ ਵਿੱਚ ਉਹਦੀ ਕਿਤੇ ਨਾ ਕਿਤੇ ਆਂਸਰੇਬਿਲਟੀ ਹੋਵੇ ਤਾਂ ਕਿ ਉਹ ਚੀਜ਼ਾਂ ਜਿਹੜੀਆਂ ਵਾ ਲੋਕਾਂ ਦੇ ਅੱਗੇ ਆਉਣ। ਲੇਕਿਨ ਅਲਟੀਮੇਟ ਜੱਜ ਦੇ ਵਿੱਚ ਲੋਕ ਹੀ ਹੋਣਗੇ, ਕੋਈ ਬੰਦਾ ਵਿਅਕਤੀ ਵਿਸ਼ੇਸ਼ ਨਹੀਂ ਹੋ ਸਕਦਾ ਇਹਦੇ ਵਿੱਚ। ਜੀ ਠੀਕ ਹੈ ਢਿੱਲੋਂ ਸਾਹਿਬ, ਮੈਂ ਵਾਪਸ ਆਵਾਂਗੀ। ਦਲਜੀਤ ਚੀਮਾ ਜੁੜੇ ਨੇ, ਅਕਾਲੀ ਦਲ ਦੇ ਸੀਨੀਅਰ ਆਗੂ। ਚੀਮਾ ਸਾਹਿਬ, ਸਵਾਗਤ ਹੈ ਜੀ ਨਿਊਜ਼ 18 ਪੰਜਾਬ ਤੇ। ਤੁਸੀਂ ਬਿਆਨ ਸੁਣਿਆ ਹੋਣਾ ਸੋਨੂ ਸੂਦ ਦਾ, ਜਿਨ੍ਹਾਂ ਨੇ ਨਸੀਹਤ ਦਿੱਤੀ ਹੈ ਸਿਆਸਤਦਾਨਾਂ ਨੂੰ ਵੀ, ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜਾ ਚੋਣ ਮੈਨੀਫੈਸਟੋ ਹੋਏ ਉਹ ਇੱਕ ਕਿਸਮ ਦਾ ਐਗਰੀਮੈਂਟ ਹੋਏ ਨੇਤਾਵਾਂ ਤੇ ਲੋਕਾਂ ਦੇ ਵਿਚਕਾਰ, ਤੇ ਉਸ ਦੇ ਨਾਲ ਨੇਤਾ ਦਾ ਅਸਤੀਫਾ ਨੱਥੀ ਹੋਏ ਕਿ ਲੋਕ ਪੁੱਛ ਸਕਣ ਕਿ ਤੁਸੀਂ ਆ ਵਾਅਦੇ ਪੂਰੇ ਨਹੀਂ ਕੀਤੇ, ਇਸ ਕਰਕੇ ਹੁਣ ਤੁਸੀਂ ਅਸਤੀਫਾ ਦਿਓ, ਐਗਰੀਮੈਂਟ ਹੋਇਆ ਸੀ। ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਵੱਖ-ਵੱਖ ਪਾਰਟੀਆਂ ਇਹ ਵੀ ਕਹਿ ਰਹੀਆਂ ਨੇ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਜ਼ਿੰਮੇਵਾਰੀ ਤੈਅ ਹੋਏ। ਸ਼੍ਰੋਮਣੀ ਅਕਾਲੀ ਦਲ ਨੇ ਤੇ ਇਹ ਗੱਲ ਬਹੁਤ ਪਹਿਲਾਂ ਕਹੀ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ, ਕਿ ਹੁਣ ਟ੍ਰੈਂਡ ਇਹ ਬਣ ਗਿਆ ਕਿ ਪਾਰਟੀਆਂ ਜਿਹੜੇ ਇਹੋ ਜਿਹੇ ਵਾਅਦੇ ਕਰ ਦਿੰਦੀਆਂ ਜਿਹੜੇ ਕਦੀ ਵੀ ਪੂਰੇ ਨਹੀਂ ਹੋ ਸਕਦੇ, ਸਿਰਫ ਵੋਟਰਾਂ ਨੂੰ ਗੁੰਮਰਾਹ ਕਰਨ ਵਾਸਤੇ। ਜੀ ਇਸ ਕਰਕੇ ਇਹ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਜਿਹੜਾ ਇਹਨੂੰ ਇਲੈਕਸ਼ਨ ਮੈਨੀਫੈਸਟੋ ਹੈ, ਇਹਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ। ਇਹ ਜ਼ਰੂਰੀ ਹੋ ਗਿਆ ਕਿਉਂਕਿ ਹੁਣ ਦੌੜ ਜਿਹੜੀ ਲੱਗ ਜਾਂਦੀ ਹੈ, ਇਸ ਗੱਲ ਦੀ ਲੱਗ ਜਾਂਦੀ ਹੈ ਕਿ ਜੋ ਮਰਜ਼ੀ ਕਹਿ ਦਿਓ, ਲੇਕਿਨ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ ਜਿਹੜੀ ਹੈ ਡੈਪਥ ਤੱਕ, ਉਹਨਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਲਓ ਤੇ ਬਾਅਦ ਚ ਕਹੋ ਕਿ ਖਜ਼ਾਨਾ ਖਾਲੀ ਹੈ। ਇਸ ਕਰਕੇ ਹੁਣ ਸਮਾਂ ਇਸ ਸਥਿਤੀ ਦੇ ਉੱਤੇ ਪਹੁੰਚਦਾ ਜਾ ਰਿਹਾ। ਜ਼ਰੂਰਤ ਹੈ ਇਹ ਚੀਜ਼ਾਂ ਕਿ ਇਹਨਾਂ ਦੀ ਅਕਾਊਂਟੇਬਿਲਟੀ ਫਿਕਸ ਹੋਣੀ ਚਾਹੀਦੀ ਹੈ ਜੀ, ਕਿ ਪਾਰਟੀਆਂ ਕੋਈ ਗੱਲ ਕਹਿ ਸਕਣ ਜਿਹੜੀ ਜਸਟੀਫਾਈਡ ਹੋਵੇ, ਜੇ ਨਹੀਂ ਹੋ ਸਕਦੀ ਤੇ ਉਹਦੀ ਕੋਈ ਅਕਾਊਂਟੇਬਿਲਟੀ ਹੋਵੇ, ਇਹਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ। ਇਹ ਚੰਗੀ ਗੱਲ ਹੈ, ਇਹਦੇ ਉੱਤੇ ਦੇਸ਼ ਦੇ ਵਿੱਚ ਬਹਿਸ ਚੱਲਣੀ ਚਾਹੀਦੀ ਹੈ, ਕਾਨੂੰਨ ਬਣਨਾ ਚਾਹੀਦਾ। ਅਸੀਂ ਇਸ ਗੱਲ ਦੇ ਸ਼ੁਰੂ ਤੋਂ ਹਾਮੀ ਹਾਂ। ਜੀ ਚੀਮਾ ਸਾਹਿਬ ਜੁੜੇ ਰਹੇ ਹੋ, ਵਿਨੀਤ ਜੋਸ਼ੀ ਜੁੜੇ ਹੋਏ ਨੇ ਬੀਜੇਪੀ ਤੋਂ। ਜੋਸ਼ੀ ਜੀ, ਕਿਸ ਕਿਸਮ ਦਾ ਲੀਗਲ ਡਾਕੂਮੈਂਟ ਹੋਏ ਜਾਂ ਕਿਸ ਕਿਸਮ ਦੀ ਅਕਾਊਂਟੇਬਿਲਿਟੀ ਹੋਏ, ਕਾਰਵਾਈ ਕੀ ਹੋ ਸਕਦੀ ਹੈ ਫਿਰ? ਕੀ ਉਹ ਪਾਰਟੀ, ਜਿਵੇਂ ਕੁਲਤਾਰ ਸੰਧਵਾਂ ਜੀ ਕਹਿ ਰਹੇ ਸਨ ਕਿ ਪਾਰਟੀ ਤੇ ਬੈਨ ਲੱਗ ਜਾਣਾ ਚਾਹੀਦਾ ਹੈ ਜਾਂ ਆਗੂਆਂ ਤੇ ਬੈਨ ਲੱਗ ਜਾਣਾ ਚਾਹੀਦਾ ਹੈ, ਕਿਸ ਕਿਸਮ ਦੀ ਅਕਾਊਂਟੇਬਿਲਿਟੀ ਤੈਅ ਹੋ ਸਕਦੀ ਹੈ? ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ, ਤਾਂ ਫਿਰ ਇਸ ਤੇ ਕੋਈ ਕੋਸ਼ਿਸ਼ ਹੋਏਗੀ? ਮੇਰੀ ਬੇਨਤੀ ਇਹ ਹੈ ਕਿ ਵੀ ਇਹਦੇ ਉੱਪਰ ਜਿਹੜਾ ਹੈਗਾ ਹੈ ਇੱਕ ਕੰਸੈਂਸਸ ਬਣਾਉਣਾ ਪੈਣਾ ਹੈ, ਔਰ ਕੰਸੈਂਸਸ ਬਣਾਉਣ ਵਾਸਤੇ ਬੈਸਟ ਜਿਹੜੀ ਇੱਕ
ਪਲੇਟਫਾਰਮ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ, ਉਹੀ ਸੰਵਿਧਾਨਿਕ ਬੋਡੀ ਹੈ ਜਿਹੜਾ ਇਹਨੂੰ ਇਸ ਤੇ ਉੱਪਰ ਕਦਮ ਚੁੱਕੇ। ਮੈਂ ਕੁਲਤਾਰ ਸੰਧਵਾ ਜੀ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਪਾਰਟੀ ਦੇ ਲੀਡਰ ਚੋਣਾਂ ਦੌਰਾਨ ਇਲਜ਼ਾਮ ਲਗਾ ਦਿੰਦੇ ਨੇ, ਠੀਕ ਹੈ, ਉਹਦੇ ਉੱਪਰ ਵੀ ਡੈਫੀਨੇਟਲੀ ਕੋਈ ਨਾ ਕੋਈ ਕਾਨੂੰਨ ਬਣਨਾ ਚਾਹੀਦਾ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ 'ਚ ਆ ਕੇ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਦੇ ਉੱਪਰ ਨਸ਼ੇ ਦਾ ਇਲਜ਼ਾਮ ਲਗਾਇਆ ਔਰ ਬਾਅਦ 'ਚ ਡੈਫੇਮੇਸ਼ਨ ਕੇਸ 'ਚ ਮਾਫੀ ਮੰਗ ਕੇ ਬਾਹਰ ਗਏ ਕੇਜਰੀਵਾਲ ਸਾਹਿਬ। ਇਹਦਾ ਮਤਲਬ ਚੋਣਾਂ ਦੌਰਾਨ ਤੁਸੀਂ ਕੁਝ ਵੀ ਬੋਲੋ, ਅਗਰ ਬਾਅਦ 'ਚ ਮਾਫੀ ਮੰਗੋਗੇ ਤੇ ਇਹਨਾਂ ਚੀਜ਼ਾਂ ਤੇ ਵੀ ਰੋਕ ਲੱਗਣੀ ਚਾਹੀਦੀ ਹੈ ਵੀ ਕੋਈ ਵੀ ਉਲਟਾ ਸਿੱਧਾ ਇਲਜ਼ਾਮ ਲਗਾ ਦੋ ਚੋਣਾਂ ਦੌਰਾਨ ਔਰ ਬਾਅਦ 'ਚ ਮਾਫੀ ਮੰਗ ਕੇ ਬਾਹਰ ਹੋ ਜਾਓ। ਜੇ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਤੇ ਫਿਰ ਉਹ ਪ੍ਰਧਾਨਗੀ ਤੋਂ ਵੀ ਹਟਣਾ ਚਾਹੀਦਾ ਉਹਨਾਂ ਨੂੰ, ਆਮ ਆਦਮੀ ਪਾਰਟੀ ਤੋਂ, ਕਿਉਂਕਿ ਉਹਨਾਂ ਨੇ ਇੱਕ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਮਿਨਿਸਟਰ ਦੇ ਉੱਪਰ ਐਲੀਗੇਸ਼ਨ ਲਗਾਤੇ ਔਰ ਬਾਅਦ 'ਚ ਮਾਫੀ ਮੰਗ ਲਈ। ਸੋ ਇਹਦਾ ਵੀ ਕੋਈ ਨਾ ਕੋਈ ਜਿਹੜਾ ਹੈਗਾ ਉਹ ਰਸਤਾ ਨਿਕਲਣਾ ਚਾਹੀਦਾ। ਲੇਕਿਨ ਹਾਂ, ਸਾਰੀ ਪਾਰਟੀਆਂ ਦਾ ਕੰਸੈਂਸਸ ਹੈ, ਪੋਲੀਟੀਕਲ ਲੀਡਰਸ ਦਾ ਕੰਸੈਂਸਸ ਹੈ, ਸਮਾਜ ਦੀ ਮੰਗ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਡੈਫੀਨੇਟਲੀ ਇਸ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ। ਹੋ ਸਕਦਾ ਹੈ ਸਿਆਸੀ ਪਾਰਟੀਆਂ ਜਿਹੜਾ ਜ਼ਿਆਦਾ ਇਸ ਇੰਟਰਸਟ ਲੈ ਰਹੀਆਂ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪੱਤਰ ਵੀ ਲਿਖ ਸਕਦੀਆਂ ਕਿ ਇਹਦੇ ਉੱਪਰ ਮੀਟਿੰਗ ਬੁਲਾ ਕੇ ਇਹਦੇ ਉੱਪਰ ਕੋਈ ਇੱਕ ਪ੍ਰੋਸੈਸ ਇਨੀਸ਼ੀਏਟ ਕੀਤਾ ਜਾਏ ਤਾਂ ਕਿ ਆਉਣ ਵਾਲੇ ਪਾਰਲੀਮੈਂਟ ਇਲੈਕਸ਼ਨ ਹੋ ਸਕੇ ਤੇ ਹੋਣ ਵਾਲੇ ਵਿਧਾਨ ਸਭਾ ਇਲੈਕਸ਼ਨਾਂ ਤੋਂ ਪਹਿਲੇ ਪੰਜਾਬ ਦੇ ਅੰਦਰ ਵੀ ਇਹ ਚੀਜ਼ ਲਾਗੂ ਹੋ ਜਾਏ ਤਾਂ ਕਿ ਜਿਹੜੇ ਬੰਦੇ ਹਰ ਤਰ੍ਹਾਂ ਦੇ ਵਾਅਦੇ ਕਰਦੇ ਨੇ ਉਹਨਾਂ ਨੂੰ ਪਤਾ ਹੋਏ ਕਿ ਜੇ ਸੱਤਾ ਚਾਹਾਂਗੇ ਤਾਂ ਸਾਨੂੰ ਜਿਹੜਾ ਹੈਗਾ ਜੇ ਵਾਅਦੇ ਪੂਰੇ ਨਹੀਂ ਕੀਤੇ ਤੇ ਇੱਕ ਟਾਈਮ ਤੋਂ ਬਾਅਦ ਸੱਤਾ ਤੋਂ ਵਾਂਝਾ ਵੀ ਕੀਤਾ ਜਾ ਸਕਦਾ। ਚਲੋ, ਤੁਸੀਂ ਇਨੀਸ਼ੀਏਟਿਵ ਲਓਗੇ ਜੋਸ਼ੀ ਸਾਹਿਬ, ਤੁਹਾਡੀ ਪਾਰਟੀ ਲਏਗੀ ਇਨੀਸ਼ੀਏਟਿਵ? ਸਾਡੀ ਪਾਰਟੀ ਤਾਂ ਹਮੇਸ਼ਾ ਪੱਖਧਰ ਰਹੀ ਹੈ। ਬਾਕੀ ਮੈਂ ਆਪਣੇ ਸਟੇਟ ਲੀਡਰਸ਼ਿਪ ਨੂੰ ਇਹ ਆਪਣਾ ਵਿਊ ਪੁਆਇੰਟ ਕਨਵੇ ਕਰਕੇ ਇਨੀਸ਼ੀਏਟ ਕਰਾਵਾਂਗਾ ਜੀ। ਚਲੋ ਠੀਕ ਹੈ ਜੋਸ਼ੀ ਸਾਹਿਬ, ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਦਲਜੀਤ ਚੀਮਾ ਅਕਾਲੀ ਦਲ ਤੋਂ ਜੁੜੇ, ਬਰਿੰਦਰ ਢਿੱਲੋਂ ਕਾਂਗਰਸ ਤੋਂ ਤੇ ਕੁਲਤਾਰ ਸੰਧਵਾ ਆਮ ਆਦਮੀ ਪਾਰਟੀ ਤੋਂ ਜੁੜੇ, ਸ਼ੁਕਰੀਆ ਤੁਹਾਡਾ ਗੱਲਬਾਤ ਦੇ ਲਈ। ਤਾਂ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਕਿ ਅਸੀਂ ਹੱਕ ਦੇ ਵਿੱਚ ਆ, ਰਿਸਪੌਂਸਿਬਿਲਿਟੀ ਤੈਅ ਹੋਣੀ ਚਾਹੀਦੀ ਹੈ। ਜੇ ਕੋਈ ਵੀ ਜਨਤਾ ਦੇ ਨਾਲ ਤੁਸੀਂ ਚੋਣਾਂ ਦੇ ਨਾਂ ਤੇ ਵਾਅਦਾ ਕਰਦੇ ਹੋ, ਕੋਈ ਵੀ ਸ਼ਗੂਫਾ ਛੱਡ ਕੇ ਜਿੱਤ ਸਕਦੇ ਹੋ, ਫਿਰ ਉਸ ਦਾ ਕੋਈ ਫਾਇਦਾ ਨਹੀਂ ਹੈ। ਲੋਕਾਂ ਦੇ ਨਾਲ ਇਸ ਚੀਜ਼ ਦੀ ਅਕਾਊਂਟੇਬਿਲਿਟੀ ਤੈਅ ਹੋਣੀ ਚਾਹੀਦੀ ਹੈ। ਜਿਹੜੇ ਵੀ ਵਾਅਦੇ ਕੀਤੇ ਜਾਣ ਉਹ ਪੂਰੇ ਹੋਣ। ਇਸ ਦੇ ਨਾਲ ਇੱਕ ਤਾਂ ਚੁਣਾਵੀ ਜਿਹੜੇ ਵਾਅਦੇ ਨੇ ਉਹਨਾਂ ਤੇ ਵੀ ਇੱਕ ਕਿਸਮ ਦੀ ਰੋਕ ਲੱਗੇਗੀ, ਜਾਂ ਰੋਕ ਨਹੀਂ, ਅਸੀਂ ਇਹ ਕਹਿ ਸਕਦੇ ਹਾਂ ਕਿ ਕੁਝ ਵੀ ਜੁਮਲਾ ਨਹੀਂ ਛੱਡਿਆ ਜਾ ਸਕਦਾ। ਫਿਰ ਜਿਹੜੇ ਵਾਅਦੇ ਹੋਣਗੇ ਉਹ ਪੂਰੇ ਕੀਤੇ ਜਾਣਗੇ। ਹਾਲਾਂਕਿ ਵੱਖ-ਵੱਖ ਪਾਰਟੀਆਂ ਕਹਿ ਰਹੀਆਂ ਨੇ ਕਿ ਇਸ ਤੇ ਇਨੀਸ਼ੀਏਟਿਵ ਲਿਆ ਜਾ ਸਕਦਾ ਹੈ, ਲੇਕਿਨ ਦੇਖਣਾ ਹੋਏਗਾ ਕਿ ਕੋਈ ਇਨੀਸ਼ੀਏਟਿਵ ਲਿਆ ਜਾਂਦਾ ਹੈ ਜਾਂ ਨਹੀਂ।